अपने देश ਨੂੰ आज़ाद होया 75 साल तो उपर हो चुके ने, पर अपने देश का भविख कित्थे है? बच्चों की स्टडी कित्थे है? हुण ठीक है भी जिहड़े बच्चे कॉन्वेंट स्कूलों च पढ़ते हैं वो थोड़ा अच्छा पढ़ जाते हैं, पर हुण जो सरकार उपराले कर रही है गौरमेंट स्कूल के बच्चे भी हुण वधिया पढ़ाई कर रहे हैं। पर उस तो इलावा भी जे अज असीं तुहानूं एक नवीं जगह ते लैके आए हैं, मेरे पिछे तुसीं देख सकते हो एक कबाड़ का गोदाम है। देखो नूं ये कबाड़ का गोदाम और हैगा भी है, कबाड़ ही इत्थे रखिया जांदा है, पर इस कबाड़ के गोदाम दे विच सिੱਖਿਆ का खजाना मौजूद है। वह भी असीं तुहानूं दिखाने हैं भी सिੱਖਿਆ का खजाना। तुसीं कहना भी इस कबाड़ दे विचों सिੱਖਿਆ का खजाना कित्थों आ गया? असीं तुहानूं दिखाने हैं, क्योंकि जे असीं गल करिए सिੱਖਿਆ की तो इत्थे हाई कोर्ट के जिहड़े वकील ने हरिओम जिंदल जी, उन्होंने एक बहुत वधिया उपराला कीता है। ਉਹ ਜਿਹੜੇ ਬੱਚੇ ਨਹੀਂ ਪੜ੍ਹਾਈ ਕਰ ਸਕਦੇ ਜਾਂ ਜਿਨ੍ਹਾਂ ਦੇ ਮਾਪਿਓ ਉਹਨਾਂ ਨੂੰ ਨਹੀਂ ਪੜ੍ਹਾ ਸਕਦੇ ਜਾਂ ਗਰੀਬ ਨੇ, ਝੋਪੜ ਪੱਟੀ ਦੇ ਵਿੱਚ ਰਹਿਣ ਵਾਲੇ ਬੱਚੇ ਨੇ, ਉਹਨਾਂ ਨੂੰ ਇਹ ਸਿਸਟਮ ਦੀ ਪੜ੍ਹਾਈ ਕਰਵਾਉਂਦੇ ਨੇ, ਲਾਅ ਦੀ ਪੜ੍ਹਾਈ ਕਰਵਾਉਂਦੇ ਨੇ, ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪੜ੍ਹਾਈਆਂ ਜਿਹੜੀਆਂ ਹੈਗੀਆਂ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਨੇ। ਇਹ ਆਪਾਂ ਗੱਲ ਕਰੀਏ, ਆਪਾਂ ਬਚਪਨ ਦੇ ਵਿੱਚ A ਫॉर ਐਪਲ ਪੜ੍ਹਿਆ, B ਫॉर ਬੈਟ ਪੜ੍ਹਿਆ, C ਫॉर कैट पढ़िया, डी फॉर डॉग पढ़िया, पर ਇਹੋ ਜਿਹੀਆਂ ਚੀਜ਼ਾਂ ਜਾਂ ਇਹੋ ਜਿਹੀ ਸਟੱਡੀ ਨੂੰ ਆਪਾਂ ਕੀ ਕਰਨਾ ਜੋ ਸਾਡੇ ਕਿਸੇ ਕੰਮ ਹੀ ਨਹੀਂ ਹੈ। ਇਹ ਤਾਂ ਹਰ ਕਿਸੇ ਨੂੰ ਪਤਾ ਹੈ C ਫॉर कैट ਹੁੰਦੀ ਹੈ, D ਫॉर डॉग ਹੁੰਦਾ ਹੈ, ਪਰ ਇੱਕ ਨਵੀਂ ਵਰਨਮਾਲਾ ਹਰੀਓਮ ਜਿੰਦਲ ਸਾਹਿਬ ਨੇ ਤਿਆਰ ਕੀਤੀ ਹੈ। ਉਹਦੇ ਵਿੱਚ ABC ਜਿਹੜੀ ਹੈਗੀ ਆ ਉਹ ਨਵੇਂ ਤਰੀਕੇ ਨਾਲ ਇਹਨਾਂ ਨੇ ਤਿਆਰ ਕੀਤੀ ਹੈ ਤੇ ਔਰ ਬੱਚਿਆਂ ਨੂੰ ਉਹੀ ਪੜ੍ਹਾਈ ਜਾਂਦੀ ਹੈ ਤੇ ਜਿਹਦੇ ਵਿੱਚ ਸਿਸਟਮ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੇ। ਅਸੀਂ ਗੱਲਬਾਤ ਕਰ ਲੈਂਦੇ ਹਾਂ। ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਵਿੱਚ। ਥੈਂਕ ਯੂ ਪ੍ਰਦੀਪ ਜੀ, ਥੈਂਕ ਯੂ ਵੈਰੀ ਮਚ। ਸਰ ਇਹ ਖਜ਼ਾਨਾ ਤੁਸੀਂ ਇੱਕ ਕਬਾੜ ਦੇ ਗੋਦਾਮ ਦੇ ਵਿੱਚ ਇੱਕ ਖਜ਼ਾਨਾ ਹੀਰੇ ਚੁਣ ਕੇ ਲਿਆਂਦੇ ਨੇ, ਇਹ ਕੀ ਸਾਰਾ ਇਹਦੇ ਬਾਰੇ ਜਾਣਕਾਰੀ ਦਿਓ। ਦੇਖੋ ਇਹ ਜਿਹੜੇ ਹੀਰੇ ਜਿਹੜੇ ਕਹਿ ਰਹੇ ਹੋ ਵਾਕਈ ਹੀਰੇ ਨੇ, ਇਹ ਦੇਸ਼ ਦੇ ਨਾਗਰਿਕ ਨੇ। ਹਰ ਨਾਗਰਿਕ ਦੇਸ਼ ਦਾ ਹੀਰਾ ਹੀ ਹੈ, ਤੁਸੀਂ ਵੀ ਹੀਰੇ ਹੀ ਹੋ। ਲੇਕਿਨ ਹੀਰੇ ਤਰਾਸ਼ਣੇ ਪੈਂਦੇ ਨੇ। ਕੱਚਾ ਹੀਰਾ ਖਾਣ 'ਚ ਮਿਲ ਜਾਂਦਾ, ਜੇ ਉਹਨੂੰ ਤਰਾਸ਼ੋਗੇ ਨਹੀਂ ਤਾਂ ਫਿਰ ਉਹ ਕੋਲੇ ਦੀ ਤਰ੍ਹਾਂ, ਜੇ ਤਰਾਸ਼ੋਗੇ ਤਾਂ ਹੀਰੇ ਦੀ ਤਰ੍ਹਾਂ। ਬਹੁਤ ਵੱਡੇ ਸਾਡੇ ਜਨਸੰਖਿਆ ਦੇਸ਼ ਦੀ ਗਰੀਬੀ ਦੀ ਮਾਰ ਕਰਕੇ ਬੱਚਿਆਂ ਨੂੰ ਪੜ੍ਹਾ ਨਹੀਂ ਪਾਉਂਦੀ। ਜੇ ਬੱਚੇ ਸਕੂਲਾਂ 'ਚ ਜਾਂਦੇ ਨੇ, ਸਕੂਲ ਦੀ ਪੜ੍ਹਾਈ ਛੱਡ ਜਾਂਦੇ ਨੇ, ਬਾਲ ਮਜ਼ਦੂਰੀ ਕਰਨੀ ਪੈਂਦੀ ਹੈ, ਕਿਸੇ ਨੂੰ ਭੀਖ ਮੰਗਣੀ ਪੈਂਦੀ ਹੈ, ਕਿਸੇ ਨੂੰ ਕੋਈ ਹੋਰ ਗਲਤ ਕੰਮ ਕਰਨੇ ਪੈਂਦੇ ਹੈ, ਅਤੇ ਇਹਨਾਂ ਦਾ ਜਿਹੜਾ ਭਵਿੱਖ ਹੈ ਜਾਂ ਇਹਨਾਂ ਦੀ क्षमता ਹੈ ਉਹਦਾ ਵਿਕਾਸ ਨਹੀਂ ਹੋ ਪਾਉਂਦਾ। ਅਤੇ ਮੈਨੂੰ ਲੱਗਿਆ ਵੀ ਜਿਹੜਾ ਦੇਸ਼ ਹੈ ਸਾਡਾ, ਇਹ 1947 'ਚ ਆਜ਼ਾਦ ਹੋਇਆ, 1950 ਦੇ ਵਿੱਚ ਸਾਡਾ ਸੰਵਿਧਾਨ ਲਾਗੂ ਹੋਇਆ। ਇਸ ਤੋਂ ਪਹਿਲਾਂ ਜਦੋਂ ਅੰਗਰੇਜ਼ਾਂ ਦੀ ਗੁਲਾਮੀ ਕਰਦੇ ਸੀ ਦੇਸ਼, ਜਾਂ ਉਸ ਤੋਂ ਪਹਿਲਾਂ ਰਾਜਿਆਂ ਦੀ ਗੁਲਾਮੀ ਕਰਦਾ ਸੀਗਾ, ਸਾਡੀ ਮਾਨਸਿਕਤਾ ਜਿਹੜੀ ਸੀਗੀ ਉਹ ਫਿਊਡਲ ਮਾਈਂਡਸੈਟ ਸੀਗਾ, ਗੁਲਾਮੀ ਦੀ ਮਾਨਸਿਕਤਾ ਸੀ। ਹੁਣ ਜਦੋਂ ਜੀ ਹਜ਼ੂਰੀ ਸਿਖਾਈ ਹੋਵੇ ਸ਼ੁਰੂ ਤੋਂ ਹੀ, ਤੁਸੀਂ ਵੱਡੇ ਦੇ ਅੱਗੇ ਬੋਲਣਾ ਨਹੀਂ, ਰਾਜੇ ਦੇ ਅੱਗੇ ਬੋਲਣਾ ਨਹੀਂ, ਉਹ ਮਾਨਸਿਕਤਾ ਤੋਂ ਬਾਹਰ ਆਉਣ ਵਾਸਤੇ ਕੀ ਕਰਨਾ ਪੈਂਦਾ ਸੀਗਾ? ਇੱਕੋ ਹੱਲ ਸੀਗਾ ਵੀ ਸਿੱਖਿਆ ਐਸੀ ਦਿਓ ਜਿਹੜੀ ਆਜ਼ਾਦੀ ਦੀ ਸਿੱਖਿਆ ਹੋਵੇ, ਬਰਾਬਰੀ ਦੀ ਸਿੱਖਿਆ ਹੋਵੇ, ਲੋਕਾਂ ਨੂੰ ਇੱਜ਼ਤ ਮਾਨ ਦੀ ਸਿੱਖਿਆ ਹੋਵੇ, ਅਤੇ ਰਾਜੇ ਨੂੰ ਵੀ ਸਵਾਲ ਕਰਨ ਦੀ ਕਪੈਸਿਟੀ ਹੋਣੀ ਚਾਹੀਦੀ। ਇਸੇ ਕਰਕੇ ਲੋਕਤੰਤਰ ਆਇਆ ਸੀਗਾ। ਅਸੀਂ ਦੇਖਦੇ ਕਿ 75 ਸਾਲਾਂ ਵਿੱਚ ਫਿਰ ਉਹੀ ਭ੍ਰਸ਼ਟਾਚਾਰ, ਉਹੀ ਸ਼ੋਸ਼ਣ, ਉਹੀ ਐਕਸਪਲੋਇਟੇਸ਼ਨ। ਜਿਹਨੂੰ ਪਾਵਰ ਦੇ ਦਿੰਦੇ ਆ ਉਹ ਡਿਕਟੇਟਰ ਬਣ ਜਾਂਦਾ ਹੈ। ਕਿਸੇ ਆਮ ਆਦਮੀ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ, ਜੇ ਬੋਲੇ ਤਾਂ ਉਹਦੇ ਉੱਪਰ ਝੂਠਾ ਪਰਚਾ ਪੈ ਜਾਂਦਾ। ਇਹ ਸਾਰੀਆਂ ਕਮੀਆਂ ਕਿਉਂ ਹੋਈਆਂ? ਫਿਰ ਜੇ ਇਹ ਕਮੀਆਂ ਰੱਖਣੀਆਂ ਸੀਗੀਆਂ ਫਿਰ ਲੋਕਤੰਤਰ ਲੈ ਕੇ ਆਉਣ ਦੀ ਕੀ ਜ਼ਰੂਰਤ ਸੀ? ਆਜ਼ਾਦੀ ਦੀ ਲੜਾਈ ਲੜਨ ਦੀ ਕੀ ਜ਼ਰੂਰਤ ਸੀ? ਭਗਤ ਸਿੰਘ ਨੂੰ ਆਪਣੀ ਕੁਰਬਾਨੀ ਦੇਣ ਦੀ ਕੀ ਜ਼ਰੂਰਤ ਸੀ? ਲਾਲਾ ਲਾਜਪਤ ਰਾਏ ਨੂੰ ਲਾਠੀਆਂ ਖਾਣ ਦੀ ਕੀ ਜ਼ਰੂਰਤ ਸੀ? ਊਧਮ ਸਿੰਘ ਨੂੰ ਆਪਣੀ ਸ਼ਹਾਦਤ ਦੇਣ ਦੀ ਕੀ ਜ਼ਰੂਰਤ ਸੀ? ਅਤੇ ਜੇ ਅਸੀਂ ਇਹੋ ਜਿਹੇ ਭਾਰਤ ਦੇਖਣਾ ਸੀ ਵੀ ਜੇ ਜੋ ਅੰਗਰੇਜ਼ ਕਰਦੇ ਸੀ ਉਹੀ ਸਾਡੇ ਭਾਰਤੀ ਨਾਗਰਿਕ ਨਾਲ ਕਰੀ ਜਾਣ। ਫਿਰ ਮੈਨੂੰ ਲੱਗਿਆ ਵੀ ਜਦੋਂ ਮੈਂ ਖੋਜ ਕੀਤੀ, ਰਿਸਰਚ ਕੀਤੀ, ਮੈਂ ਕਿਹਾ ਵੀ ਸਿੱਖਿਆ ਜਿਹੜੀ ਗੁਲਾਮੀ ਦੇ ਬਦਲਣੀ ਪਊਗੀ। ਇੱਕ ਤਾਂ ਇਹ ਜਿਹੜੇ ਸਾਡੇ ਜਿਵੇਂ ਮੈਂ ਦੱਸਿਆ ਵੀ ਕੋਲੇ ਰਹਿ ਜਾਣਗੇ, ਜੇ ਹੀਰੇ ਬਣਾਉਣੇ ਤਰਾਸ਼ਣੇ ਪੈਣਗੇ, ਅਤੇ ਇਹਨਾਂ ਨੂੰ ਪੜ੍ਹਾਈ ਤਾਂ ਦੇਣੀ ਸਭ ਤੋਂ ਮੁੱਢਲਾ ਕੰਮ ਹੈ। ਨਾਲ ਪੜ੍ਹਾਈ ਕੀ ਦੇਣੀ ਹੈ ਇਹਦੇ ਉੱਪਰ ਵੀ ਸੋਚਣਾ ਜ਼ਰੂਰੀ ਹੈ। ਫਿਰ ਮੈਂ ਦੇਖਿਆ ਵੀ ਜਿਹੜੀ ਦੇਸ਼ ਦੀ ਵਿਵਸਥਾ ਹੈ, ਜਿਹਦੇ ਆਧਾਰ 'ਤੇ ਸਾਡਾ ਦੇਸ਼ ਚੱਲਦਾ ਹੈ, ਜਿਹਦੇ ਆਧਾਰ 'ਤੇ ਇੱਕ ਪ੍ਰਾਈਮ ਮਿਨਿਸਟਰ ਬਣਦਾ ਹੈ, ਰਾਸ਼ਟਰਪਤੀ ਬਣਦਾ ਹੈ, ਮੁੱਖ ਨਿਆਇਧੀਸ਼ ਦੀ ਅਪੁਆਇੰਟਮੈਂਟ ਹੁੰਦੀ ਹੈ, ਚੀਫ ਮਿਨਿਸਟਰ ਬਣਦਾ ਹੈ, ਪੁਲਿਸ ਕਮਿਸ਼ਨਰ ਬਣਦੇ ਹੈ, DC ਬਣਦਾ ਹੈ। ਇਹ ਜਿਹੜੀ ਵਿਵਸਥਾ ਬਣਾ ਰਹੀ ਹੈ, ਇਹ ਉਹਨਾਂ ਕੋਲ ਪਾਵਰ ਕੋਈ ਰੱਬ ਨੇ ਨਹੀਂ ਦਿੱਤੀ, ਅਸੀਂ ਲੋਕਾਂ ਨੇ ਦਿੱਤੀ ਪਾਵਰ ਹੈ। ਲੋਕਾਂ ਦੀ ਦਿੱਤੀ ਪਾਵਰ ਦਾ ਇਸਤੇਮਾਲ ਗਲਤ ਲੋਕਾਂ ਦੇ ਉੱਪਰ ਹੋ ਜਾਏ ਅਤੇ ਇਹ ਬੜੀ ਮੰਦਭਾਗੀ ਸਿਚੁਏਸ਼ਨ ਹੈ ਕਿ ਇੱਕ ਵੋਟਰ ਜਿਹੜਾ ਸਰਕਾਰ ਬਣਾਉਂਦਾ ਹੈ ਉਹ ਆਪਣੀ ਸੇ ਨਹੀਂ ਕੁਛ ਰੱਖ ਪਾਉਂਦਾ। ਸਰਕਾਰ ਬਣਾਉਣ ਤੋਂ ਬਾਅਦ ਇੱਕ MLA MP ਜਿਹੜਾ ਵੋਟਰ ਦੁਆਰਾ ਚੁਣਿਆ ਗਿਆ, ਉਹ ਤਾਂ DC ਦੇ ਨਾਲ ਬੈਠ ਕੇ ਪੀਂਦਾ ਚਾਹ, ਅਤੇ ਜਿਹਨੇ ਉਹਨੂੰ MP ਔਰ MLA ਬਣਾਇਆ ਉਹ ਵਿਚਾਰਾ ਬਾਹਰ ਖੜਾ ਵੇਟ ਕਰਦਾ ਹੁੰਦਾ, ਔਰ DC ਦੇ ਨਾਲ ਮਿਲ ਕੇ ਉਹ ਗੋਲੀਆਂ ਦੇ ਰਿਹਾ ਹੁੰਦਾ, ਹਾਂ ਵੀ ਤੇਰਾ ਕੰਮ ਹੋ ਜਾਏਗਾ। ਜਦੋਂ ਅੰਦਰ ਕੰਮ ਕਰਾਉਣ ਜਾਂਦਾ ਤਾਂ ਰਿਸ਼ਵਤ
ਬਿਨਾਂ ਰਿਸ਼ਵਤ ਤੋਂ ਕੰਮ ਨਹੀਂ ਹੁੰਦਾ। ਇਹ ਵਿਵਸਥਾ ਕੋਈ, ਇਹ ਕੋਈ ਆਜ਼ਾਦੀ ਦੀ ਵਿਵਸਥਾ ਹੈ, ਇਹ ਕੋਈ ਲੋਕਤੰਤਰਿਕ ਵਿਵਸਥਾ ਹੈ। ਇਸ ਕਰਕੇ ਮੈਂ ਦੇਖਿਆ ਵੀ ਜਿਹੜੇ ਪੜ੍ਹੇ ਲਿਖੇ ਬੰਦੇ ਆ ਉਹੀ ਸਰਕਾਰੀ ਅਹੁਦਿਆਂ 'ਤੇ ਬੈਠਦੇ ਆ, ਉਹੀ ਬੰਦੇ ਰਿਸ਼ਵਤ ਲੈ ਰਹੇ ਆ, ਉਹੀ ਲੋਕਾਂ ਦਾ ਸ਼ੋਸ਼ਣ ਕਰ ਰਿਹਾ। ਅਤੇ ਉਹ ਪੜ੍ਹਾਈ ਕਿਸ ਕੰਮ ਦੀ ਜਿਹੜੇ ਲੋਕਾਂ ਨੂੰ ਇੱਕ ਚੰਗਾ ਨਾਗਰਿਕ ਬਣਾਉਣ ਦੀ ਬਜਾਏ ਮੰਦਾ ਨਾਗਰਿਕ ਬਣਾ ਦੇ। ਫਿਰ ਮੈਂ ਕਿਹਾ ਵੀ ਪੜ੍ਹਾਈ ਜਿਹੜੀ ਹੈ ਬਦਲੋ। ਇਸ ਕਰਕੇ ਜਿਹੜੀ ਪੜ੍ਹਾਈ ਸੋਸ਼ੋਲੋਜੀ, ਇਕਨੋਮਿਕਸ, ਪੋਲੀਟੀਕਲ ਸਾਇੰਸ, ਪਬਲਿਕ ਐਡਮਿਨਿਸਟ੍ਰੇਸ਼ਨ, ਲਾਅ, ਕੌਨਸਟੀਟਿਊਸ਼ਨ, ਇਹ ਸਾਰੇ ਦੇ ਸਾਰੇ ਵਿਸ਼ੇ ਜਨਰਲੀ ਪੜ੍ਹਾਏ ਜਾਂਦੇ ਯੂਨੀਵਰਸਿਟੀ ਜਾਂ ਕਾਲਜ ਲੈਵਲ 'ਤੇ। ਹੁਣ 80-90% ਤਬਕਾ ਸਾਡੇ ਦੇਸ਼ ਦਾ ਐਸਾ ਹੈ ਜਿਹੜੇ ਆਰਥਿਕ ਤੰਗੀ ਕਰਕੇ ਕਾਲਜ 'ਚ ਪਹੁੰਚ ਨਹੀਂ ਪਾਉਂਦਾ। ਤੁਸੀਂ ਕਾਲਜ ਜਾਣ ਵਾਲੀ ਦੀ ਗਿਣਤੀ ਦੇਖੋਗੇ ਤਾਂ 1-2% ਹੀ ਹੈ ਤਕਰੀਬਨ, ਅਤੇ ਉਹਨਾਂ ਨੂੰ ਉਹ ਵਿਸ਼ਿਆਂ ਬਾਰੇ ਕਦੇ ਗਿਆਨ ਹੋਣਾ ਹੀ ਨਹੀਂ ਹੈ। ਹੁਣ ਜਦੋਂ ਬੱਚੇ 12-13 ਸਾਲ 'ਚ ਬਾਲ ਮਜ਼ਦੂਰੀ 'ਚ ਚਲੇ ਗਏ, ਉਹ 14-15 ਸਾਲ 'ਚ ਵਿਆਹ ਕਰਾ ਲੈਂਦੇ ਆ। ਸਰਕਾਰ ਦੇ ਕਾਨੂੰਨਾਂ ਦੀ ਕੋਈ ਵੈਲਿਊ ਨਹੀਂ ਹੈ ਵੀ ਜੀ ਬਾਲ ਵਿਵਾਹ ਬੈਨ ਹੈ, ਕੁਛ ਨਹੀਂ ਹੈ। ਤੁਸੀਂ ਸਰਵੇ ਕਰਕੇ ਦੇਖੋ, ਬਾਲ ਵਿਵਾਹ ਹੀ ਬਾਲ ਵਿਵਾਹ ਮਿਲਣਗੇ। ਇਕੱਲੇ ਬਾਲ ਵਿਵਾਹ ਨਹੀਂ, ਬਾਲ ਮਾਂ-ਬਾਪ ਵੀ ਮਿਲਣਗੇ ਜਿਨ੍ਹਾਂ ਨੇ ਅੱਗੇ ਬੱਚੇ ਪੈਦਾ ਕਰਤੇ। ਜਦੋਂ 18 ਸਾਲ ਦੇ ਹੁੰਦੇ ਆ ਉਦੋਂ ਤੱਕ ਇਹ ਮਾਂ-ਬਾਪ ਪਹਿਲਾਂ ਹੀ ਬਣੇ ਹੁੰਦੇ ਆ। 18 ਸਾਲ ਬਾਅਦ ਇਹਨਾਂ ਨੂੰ ਸਰਟੀਫਿਕੇਟ ਮਿਲ ਜਾਂਦਾ ਵੀ ਹੁਣ ਤੁਸੀਂ ਵੋਟਰ ਬਣ ਕੇ ਕਾਬਲ ਬਣ ਕੇ ਸਰਕਾਰ ਬਣਾਉਣ ਦੇ। ਜਿਨ੍ਹਾਂ ਨੂੰ V ਫॉर ਵੋਟ ਨਹੀਂ ਪਤਾ, D ਫॉर ਡੈਮੋਕ੍ਰੇਸੀ ਨਹੀਂ ਪਤਾ, C ਫॉर ਕੌਨਸਟੀਟਿਊਸ਼ਨ ਨਹੀਂ ਪਤਾ, E ਫॉर ਇਲੈਕਸ਼ਨ ਨਹੀਂ ਪਤਾ, ਕੁਛ ਪਤਾ ਹੀ ਨਹੀਂ। ਉਹਨਾਂ ਦੀਆਂ ਵੋਟਾਂ ਦਾ ਗੁੰਮਰਾਹ ਕਰਕੇ ਸ਼ਰਾਬ ਦੀ ਬੋਤਲ 'ਤੇ ਪੈਸਿਆਂ ਦੇ ਲਾਲਚ ਵਿੱਚ ਵੋਟਾਂ ਖਰੀਦ ਕੇ ਸਰਕਾਰ ਬਣ ਜਾਂਦੀ ਹੈ। ਔਰ ਉਸ ਤੋਂ ਬਾਅਦ ਉਹ ਜਿਹੜੇ ਬੰਦੇ ਇੱਦਾਂ ਦੀ ਸਰਕਾਰ ਬਣਾਉਣਗੇ ਜਾਂ ਇੱਦਾਂ ਦੇ ਲੋਕ ਚੁਣੇ ਜਾਣਗੇ, ਉਹ ਕਰਨਗੇ ਕੀ ਜਨਤਾ ਦਾ? ਉਹ ਪੜ੍ਹੇ ਲਿਖੇ ਅਤੇ ਅਨਪੜ੍ਹ ਨੂੰ ਬਰਾਬਰ ਗਿਣਨਗੇ। ਜਿਹਦੇ ਕੋਲ ਪਾਵਰ ਹੈ ਉਹ ਸਭ ਤੋਂ ਬੁੱਧੀਮਾਨ, ਚਾਹੇ ਉਹ ਗਧਾ ਹੋਵੇ, ਅਤੇ ਜਿਹਦੇ ਕੋਲ ਪਾਵਰ ਨਹੀਂ ਹੈ ਉਹ ਕਿੰਨਾ ਮਰਜ਼ੀ ਸਮਝਦਾਰ ਹੋਵੇ, ਉਹ ਗਧੇ ਤੋਂ ਵੀ ਥੱਲੇ, ਹੈ ਨਾ। ਇਸ ਕਰਕੇ ਫਿਰ ਮੈਨੂੰ ਲੱਗਿਆ ਵੀ ਜਿਹੜੇ C ਫॉर ਕੈਟ, D ਫॉर ਡੌਗ, R ਫॉर ਰੈਟ, ਇਹ ਜਿਹੜੀ ਕੁੱਤੇ ਬਿੱਲੀ ਚੂਹਿਆਂ ਦੀ ਪੜ੍ਹਾਈ ਹੈ, ਇਹ ਜਾਨਵਰਾਂ ਦੀ ਪੜ੍ਹਾਈ ਹੈ। ਇਹ ਸਾਨੂੰ ਦੇਸ਼ ਵਿੱਚ ਜਾਨਵਰ ਹੀ ਸਮਝਦੇ ਨੇ ਜਿਹਨੂੰ ਪਾਵਰ ਮਿਲ ਜਾਂਦੀ ਹੈ। ਕੋਈ ਬਾਕੀ ਨੂੰ ਇਨਸਾਨ ਹੀ ਨਹੀਂ ਬਰਾਬਰ ਦਾ ਸਮਝਦਾ। ਤੁਸੀਂ DC ਕੋਲੇ ਚਲੇ ਜਾਓ, ਤੁਸੀਂ ਪੁਲਿਸ ਕਮਿਸ਼ਨਰ ਕੋਲੇ ਚਲੇ ਜਾਓ, SHO ਕੋਲੇ ਚਲੇ ਜਾਓ, ਉਹ ਕੁਰਸੀ 'ਤੇ ਬੈਠ ਕੇ ਇੱਦਾਂ ਦਾ ਰੋ ਪਾਊਗਾ ਜਿੱਦਾਂ ਉਸ ਤੋਂ ਸਮਝਦਾਰ ਕੋਈ ਇਨਸਾਨ ਹੀ ਹੈ ਨਹੀਂ। ਉਹ ਤੁਹਾਨੂੰ ਉਹਨਾਂ ਦੀ ਹਾਂ 'ਚ ਹਾਂ ਮਨਾਉਣੀ ਪਊਗੀ, ਚਾਹੇ ਉਹ ਗਲਤ ਹੋਵੇ ਚਾਹੇ ਸਹੀ ਹੋਵੇ। ਤੁਸੀਂ ਸਹੀ ਹੋ, ਗਲਤ ਹੋ, ਤੁਸੀਂ যদি ਹਾਂ 'ਚ ਹਾਂ ਨਹੀਂ ਮਨਾਓਗੇ ਤੁਹਾਡਾ ਕੰਮ ਨਹੀਂ ਹੋਣਾ। ਅਤੇ ਫਿਰ ਤੁਸੀਂ ਤੁਹਾਡਾ ਜਿਹੜਾ ਦਿਮਾਗ ਦੀ ਕੌਨਸ਼ੀਅਸਨੈਸ ਹੈ ਕਿੱਥੇ ਗਈ? ਸਵਾਮੀ ਵਿਵੇਕਾਨੰਦ ਨੇ ਕਿਹਾ, ਜਿਹੜੇ ਸਾਡੇ ਪੀਰ ਪੈਗੰਬਰ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂਆਤ ਹੋ ਕੇ ਉਹਨਾਂ ਨੇ ਕੀ ਸੰਦੇਸ਼ ਦਿੱਤੇ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿਰਤ ਕਰੋ, ਵੰਡ ਕਰੋ, ਵੰਡ ਛਕੋ। ਵੀ ਕਿਰਤ ਕਰੋ, ਕੰਮ ਕਰੋ। ਇਹ ਸਾਨੂੰ ਸਬਸਿਡੀਆਂ ਦਿੰਦੇ ਆ, ਮੁਫਤ ਦੀ ਬਿਜਲੀ ਦਿੰਦੇ ਆ, ਸਾਨੂੰ ਬੇਕਾਰ ਬਣਾ ਰਿਹਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੁਲ੍ਹਾ ਕਰਕੇ ਆਪਣੇ ਪੁੱਤਰ ਵਾਰਤੇ। ਇੱਥੇ ਉਹੀ ਕਈ ਲੋਕ ਉਹਨਾਂ ਦੇ ਮੂਰਤੀਆਂ ਲਗਾ ਕੇ ਉਹਨਾਂ ਦੇ ਉਪਦੇਸ਼ਾਂ ਦੀ ਗੱਲਬਾਤ ਕਰਕੇ ਰਿਸ਼ਵਤ ਲੈ ਰਹੇ ਹੁੰਦੇ। ਅਤੇ ਇਹ ਕਿਹੜਾ ਭਾਰਤ ਹੈ ਇੱਥੇ ਜਿੱਥੇ ਕਬੀਰ ਪੈਦਾ ਹੋਇਆ? ਠੀਕ ਹੈ। ਇਸ ਕਰਕੇ ਜਿਹੜੀ ਸਾਨੂੰ ਸਿੱਖਿਆ ਹੈਗੀ ਹੈ, ਜਿਹੜਾ ਸੰਵਿਧਾਨ ਬਣਿਆ, ਇਹ ਬੜੀ ਚਰਚਾ ਤੋਂ ਬਾਅਦ ਬਣਿਆ। ਇਹਦੀ ਸਿੱਖਿਆ ਹਰ ਨਾਗਰਿਕ ਨੂੰ ਦੇਣ ਦੀ ਜ਼ਰੂਰਤ ਹੈ। ਇਸ ਕਰਕੇ ਫਿਰ ਅਸੀਂ ਸਾਰੇ ਪਹਿਲਾਂ ਕਿਹਾ ਵੀ ਇਹ ਉੱਚੇ ਲੈਵਲ ਦੀ ਸਿੱਖਿਆ ਦਿੱਤੀ ਕਿੱਦਾਂ ਜਾਵੇ ਨੀਚੇ। ਮੈਂ ਕਿਹਾ ਅਲਫਾਬੈਟ ਤੋਂ ਸ਼ੁਰੂਆਤ ਕਰੋ, ਕੈਟ, ਬਿੱਲੀ, ਚੂਹਾ ਬੰਦ ਕਰੋ। ਅਸੀਂ ਪੜ੍ਹਾਓ A ਫॉर ਐਡਮਿਨਿਸਟ੍ਰੇਸ਼ਨ, ਪੂਰਾ ਪਬਲਿਕ ਐਡਮਿਨਿਸਟ੍ਰੇਸ਼ਨ ਸਮਝਾਓ। B ਫॉर ਬੈਲਟ ਬਾਕਸ, ਕਿਉਂਕਿ ਚੁਣਾਵ ਦਾ ਪ੍ਰੋਸੈਸ ਹੈ, ਬੈਲਟ ਬਾਕਸ, ਇਲੈਕਟ੍ਰਿਕ ਵੋਟਿੰਗ ਮਸ਼ੀਨ, ਉਹਦੇ 'ਚ ਪੜ੍ਹਾਓ। C ਫॉर ਕੌਨਸਟੀਟਿਊਸ਼ਨ ਪੜ੍ਹਾਓ, D ਫॉर ਡੈਮੋਕ੍ਰੇਸੀ ਪੜ੍ਹਾਓ, E ਫॉर ਇਲੈਕਸ਼ਨ ਪੜ੍ਹਾਓ, F ਫॉर ਫਰੀडम ਪੜ੍ਹਾਓ, G ਫॉर ਗਵਰਨਮੈਂਟ, ਔਰ ਉਹਨਾਂ ਦੇ ਪ੍ਰੈਕਟੀਕਲ ਮੀਨਿੰਗ ਸਮਝਾਓ। ਇਸ ਕਰਕੇ ਮੈਂ ਬੁੱਕ ਤਿਆਰ ਕੀਤੀ ਜਿਹਦਾ ਨਾਮ ਹੈ ਜੀ ਇੰਪਾਵਰਮੈਂਟ ਥਰੂ ਨੌਲੇਜ। ਇਹ ਬੁੱਕ ਦੇ ਵਿੱਚ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਅਲਫਾਬੈਟ ਦੇ ਚਾਰਟ ਤੋਂ ਹੁੰਦੀ ਹੈ। ਆਹ ਦੇਖੋ ਅਲਫਾਬੈਟ ਦਾ ਚਾਰਟ ਹੈ। ਇਹ ਜਿਹੜੇ 26 ਅੱਖਰ ਨੇ, ਇਹ ਸਿਰਫ 26 ਅੱਖਰ ਨਹੀਂ ਹੈ। ਹੁਣ ਕੁੱਤੇ ਬਿੱਲੀ ਦਾ ਚੈਪਟਰ ਪੜ੍ਹੋਗੇ, ਕੁੱਤੇ ਬਿੱਲੀ ਤੱਕ ਹੀ ਖਤਮ ਹੋ ਜਾਣਾ। ਇਹ 26 ਚੈਪਟਰ ਜਿਹੜੇ ਨੇ ਜੁੜੇ ਹੋਏ ਨੇ ਇਹਨਾਂ 26 ਅੱਖਰਾਂ ਦੇ ਨਾਲ। ਜਿਵੇਂ ਅਸੀਂ D ਫॉर ਡੈਮੋਕ੍ਰੇਸੀ ਪੜ੍ਹਾਂਗੇ, ਪੂਰੀ ਡੈਮੋਕ੍ਰੇਸੀ ਬੱਚੇ ਸੁਣਾਉਣਗੇ, ਤੁਹਾਨੂੰ ਦੱਸਣਗੇ ਕਿ ਡੈਮੋਕ੍ਰੇਸੀ ਰੀਅਲ ਵਿੱਚ ਕੀ ਹੁੰਦੀ ਹੈ। ਇਹ ਡੈਮੋਕ੍ਰੇਸੀ ਦੀ ਡੈਫੀਨੇਸ਼ਨ ਇਹ ਨਹੀਂ ਵੀ ਗਵਰਨਮੈਂਟ ਬਾਏ ਪੀਪਲ, ਆਫ ਪੀਪਲ, ਬਾਏ ਪੀਪਲ, ਆਫ ਪੀਪਲ, ਫॉर ਪੀਪਲ। ਹੁਣ ਜੇ ਗਵਰਨਮੈਂਟ, ਇਹਦੀ ਜਿਹੜੀ ਸਧਾਰਨ ਡੈਫੀਨੇਸ਼ਨ ਪੰਜਾਬੀ 'ਚ ਬਣਦੀ ਹੈ, ਗਵਰਨਮੈਂਟ ਮੇਰੇ ਦੁਆਰਾ, ਮੇਰੇ ਵਾਸਤੇ, ਥਰੂ ਮੇ, ਹੈ ਨਾ। ਅਤੇ ਉਹ ਗਵਰਨਮੈਂਟ ਮੇਰੀ ਕਿੱਦਾਂ ਹੋਈ ਜਿਹੜੀ ਮੇਰੇ ਤੋਂ ਰਿਸ਼ਵਤ ਮੰਗੇ, ਮੈਨੂੰ ਕੰਮ ਮੇਰਾ ਕਰੇ ਨਾ, ਸੜਕਾਂ ਟੁੱਟੀਆਂ ਮਿਲਣ, ਬਰਸਾਤਾਂ ਦਾ ਪਾਣੀ ਖੜਿਆ ਰਹੇ ਅਤੇ ਮੇਰਾ ਮੋਟਰਸਾਈਕਲ 'ਚ ਗਿਰ ਕੇ ਐਕਸੀਡੈਂਟ ਹੋ ਜਾਏ। ਇਹ ਗਵਰਨਮੈਂਟ ਮੇਰੀ ਥੋੜ੍ਹਾ ਹੋਈ। ਗਵਰਨਮੈਂਟ ਅਤੇ ਡੈਮੋਕ੍ਰੇਸੀ ਦਾ ਮੀਨਿੰਗ ਹੀ ਗਲਤ ਹੈ। ਅਸੀਂ ਡੈਮੋਕ੍ਰੇਸੀ ਦੀ ਡੈਫੀਨੇਸ਼ਨ ਤੁਸੀਂ ਜਦੋਂ ਬੱਚਿਆਂ ਦੇ ਮੂੰਹ ਤੋਂ ਸੁਣੋਗੇ ਤੁਹਾਨੂੰ ਕੁਛ ਨਵੀਂ ਮਿਲੇਗੀ। ਕੌਨਸਟੀਟਿਊਸ਼ਨ ਦੀ ਵਿਆਖਿਆ ਨਵੀਂ ਮਿਲੇਗੀ। P ਫॉर ਪਬਲਿਕ ਪ੍ਰੋਪਰਟੀ ਦੀ ਵਿਆਖਿਆ ਅਲੱਗ ਮਿਲੇਗੀ, ਜਿਹਦੇ ਨਾਲ ਪ੍ਰੈਕਟੀਕਲੀ ਬੱਚਾ ਸਮਝ ਪਾਏ ਕਿ ਪਬਲਿਕ ਪ੍ਰੋਪਰਟੀ ਦੇ ਨਾਲ ਮੈਂ ਕਿੱਦਾਂ ਜੁੜਿਆ ਹੋਇਆ, ਮੈਂ ਉਹਦਾ ਬਚਾਅ ਕਿੱਦਾਂ ਕਰਨਾ, ਮੈਂ ਉਹਦਾ ਨੁਕਸਾਨ ਕਿੱਦਾਂ ਨਹੀਂ ਹੁੰਦਾ। L ਫॉर ਲਾਅ ਦੀ ਡੈਫੀਨੇਸ਼ਨ ਸੁਣੋਗੇ ਤੁਸੀਂ ਹੈਰਾਨ ਹੋ ਜਾਓਗੇ ਕਿ ਵੱਡੇ ਵੱਡੇ ਸਕੂਲਾਂ ਦੇ ਬੱਚੇ ਨਹੀਂ ਦੱਸ ਪਾਉਣਗੇ ਲਾਅ ਦੀ ਡੈਫੀਨੇਸ਼ਨ ਇਹ ਹੁੰਦੀ ਹੈ। ਇਸ ਕਰਕੇ ਸਾਰੀ ਦੀ ਸਾਰੀ ਜਿਹੜੀ ਨੌਲੇਜ ਹੈ ਪ੍ਰੈਕਟੀਕਲ ਬਣਾਤੀ, ਤਾਂ ਕਿ ਜਿਹੜੇ ਬੱਚੇ ਸਕੂਲਾਂ ਵਿੱਚ ਨਹੀਂ ਵੀ ਜਾ ਪਾਉਂਦੇ, ਬਲਕਿ ਇਹ ਪੜ੍ਹਾਈ ਜਿਹੜੀ ਹੈ ਮੈਂ ਕਹਾਂਗਾ ਤੁਸੀਂ ਵੀ ਮੰਨੋਗੇ ਇਸ ਗੱਲ ਨੂੰ, ਹਰ ਸਕੂਲ 'ਚ ਚਾਹੀਦੀ ਹੈ।
ਅੱਛੇ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਜਿਹੜੀ ਬੜੀ ਮਹਿੰਗੀ ਫੀਸਾਂ ਦੇ ਕੇ ਪੜ੍ਹਦੇ ਪਏ ਨੇ, ਉਹਨਾਂ ਕੋਲ ਵੀ ਪ੍ਰੈਕਟੀਕਲ ਨੌਲੇਜ ਨਾ ਹੋਣ ਕਰਕੇ, ਜਿਵੇਂ ਆਪਾਂ ਗੱਲ ਕੀਤੀ ਵੀ ਪੜ੍ਹੇ ਲਿਖੇ ਬੰਦੇ ਨੂੰ ਸਰਕਾਰੀ ਨੌਕਰੀ ਮਿਲਦੀ ਹੈ, ਰਿਸ਼ਵਤ ਲੈਂਦਾ, ਉਹ ਪੜ੍ਹਾਈ ਨਹੀਂ ਚਾਹੀਦੀ। ਇਸੇ ਕਰਕੇ ਜਿਹੜੇ ਰੈਗੂਲਰ ਸਕੂਲਾਂ ਵਿੱਚ ਵੀ ਇਹ ਪੜ੍ਹਾਈ ਨਹੀਂ ਹੋਣ ਕਰਕੇ ਉਹ ਜਿਹੜੇ ਬੰਦੇ ਪੜ੍ਹ ਕੇ ਉਹ ਵਾਲੀ ਪੜ੍ਹਾਈ ਲੈ ਕੇ ਰਿਸ਼ਵਤ ਲੈ ਰਹੇ ਨੇ, ਉਹ ਤਾਂ ਬੰਦ ਹੋਏਗੀ ਜੇ ਪੜ੍ਹਾਈ ਵਾਲੀ ਲਾਗੂ ਹੋਏਗੀ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੜ੍ਹਾਈ ਹਰ ਬੱਚੇ ਨੂੰ, ਹਰ ਨਾਗਰਿਕ ਨੂੰ ਮਿਲਣੀ ਹੀ ਚਾਹੀਦੀ ਹੈ। ਸਰ ਯੂਨੀਵਰਸਿਟੀ ਲੈਵਲ ਦੀ ਜਿਹੜੀ ਪੜ੍ਹਾਈ ਹੈ ਤੁਸੀਂ ਛੋਟੇ ਬੱਚਿਆਂ ਨੂੰ ਦੇ ਰਹੇ ਹੋ, ਹੁਣ ਤੋਂ ਹੀ ਦੇ ਰਹੇ ਹੋ, ਔਰ ਬੱਚੇ ਅੱਛਾ ਪੜ੍ਹਾਈ ਵੀ ਕਰ ਰਹੇ ਨੇ। ਅਸੀਂ ਪੁੱਛਿਆ ਵੀ ਹੈ ਬੱਚਿਆਂ ਨੂੰ, ਅਸੀਂ ਜਾਣਕਾਰੀ ਵੀ ਲਿੱਤੀ ਹੈ। ਤੇ ਇਹ ਤੁਸੀਂ ਬੱਚੇ ਕਿੱਥੋਂ ਚੁਣੇ ਨੇ ਤੇ ਤੁਹਾਡੇ ਹੋਰ ਕਿੰਨੇ ਪ੍ਰੋਜੈਕਟ ਚੱਲਦੇ ਨੇ ਇੱਥੇ ਸ਼ਹਿਰ 'ਚ? ਦੇਖੋ, ਮੈਂ 2013 ਵਿੱਚ ਸ਼ੁਰੂਆਤ ਕੀਤੀ ਸੀ, ਜਦੋਂ ਮੇਰੇ ਦਿਮਾਗ ਦੇ ਵਿੱਚ ਇੱਕ ਆਈਡੀਆ ਆ ਗਿਆ ਵੀ ਗਰੀਬੀ ਕਿੱਦਾਂ ਖਤਮ ਹੋਏਗੀ। ਮੈਂ 2008 ਵਿੱਚ ਇੱਕ ਕਿਤਾਬ ਲਿਖਣੀ ਸ਼ੁਰੂ ਕੀਤੀ ਸੀ ਜਿਹਦਾ ਨਾਮ ਹੈ ਰਿਸਟੋਰਿੰਗ ਦਾ ਬੈਲੈਂਸ, ਕਿ ਪੂਰੇ ਸਿਸਟਮ ਦੀ ਜਿਹੜੀ ਗੜਬੜੀ ਹੈ ਇਹਨੂੰ ਠੀਕ ਕਰਕੇ ਇਹਨੂੰ ਠੀਕ ਕਿੱਦਾਂ ਕਰਨਾ। ਉਹ ਕਿਤਾਬ ਨੂੰ ਮੈਨੂੰ 15 ਸਾਲ ਲੱਗ ਗਏ ਲਿਖਣ ਨੂੰ, ਜਿਹੜੀ ਮੇਰੀ ਹੁਣ ਜਾ ਕੇ 2023 ਵਿੱਚ ਖਤਮ ਹੋਈ ਹੈ, ਪਬਲਿਸ਼ ਹੋਏਗੀ। ਉਸ ਕਿਤਾਬ ਕਰਕੇ ਮੈਂ ਬਿਜ਼ਨਸਮੈਨ ਤੋਂ ਲਾਇਰ ਬਣਿਆ। ਲਾਅ ਦੀ ਪੜ੍ਹਾਈ 2009 'ਚ ਕਰਕੇ 2012 'ਚ ਖਤਮ ਕੀਤੀ। 2011 'ਚ ਮੈਂ ਆਪਣਾ ਵਪਾਰ ਬੰਦ ਕੀਤਾ। ਫਿਰ 2013 ਦੇ ਵਿੱਚ ਮੈਂ ਬੱਚਿਆਂ ਨੂੰ ਸੰਪਰਕ ਕਰਨਾ ਸ਼ੁਰੂ ਕੀਤਾ, ਅਤੇ ਜਿੱਥੇ ਮੈਂ ਸੜਕਾਂ 'ਤੇ ਬੱਚੇ ਦੇਖਦਾ ਸੀਗਾ, ਉਹਨਾਂ ਨੂੰ ਮਿਲਦਾ ਸੀਗਾ ਅਤੇ ਉਹਨਾਂ ਦੇ ਨਾਲ ਸੰਪਰਕ ਕਾਇਮ ਕਰਕੇ ਉਹਨਾਂ ਦੇ ਨਾਲ ਦੋਸਤੀ ਦਾ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਸੀਗਾ। ਫਿਰ ਮੈਂ ਦੇਖਦਾ ਸੀ ਵੀ ਇਹਨਾਂ ਬੱਚਿਆਂ ਦੇ ਪੜ੍ਹਾਈ 'ਚ ਰੁਚੀ ਨਹੀਂ ਹੈ, ਮਾਂ-ਬਾਪ ਦੀ ਕੋਈ ਰੁਚੀ ਨਹੀਂ ਹੈ, ਪਰ ਮੈਨੂੰ ਲੱਗਦਾ ਸੀਗਾ ਵੀ ਦੇਸ਼ ਦੇ ਬਹੁਤ ਵੱਡੇ ਨਾਗਰਿਕ ਨੇ। 18 ਸਾਲ ਤੋਂ ਬਾਅਦ ਇਹਨਾਂ ਨੇ ਵੋਟਰ ਬਣ ਕੇ ਸਰਕਾਰ ਬਣਾਉਣੀ ਹੈ, ਅਤੇ ਜੇ ਸਮਝਦਾਰ ਨਹੀਂ ਹੋਣਗੇ, ਪਹਿਲਾਂ ਤਾਂ ਇਹਨਾਂ ਦਾ ਸ਼ੋਸ਼ਣ ਨਹੀਂ ਬੰਦ ਹੋਣਾ, ਦੂਜਾ ਇਹ ਚੰਗੀ ਸਰਕਾਰ ਨਹੀਂ ਚੁਣ ਪਾਉਣਗੇ। ਅਤੇ ਦੋਵਾਂ ਪੱਖੋਂ ਇਹਨਾਂ ਦੀ ਆਪਣੀ ਖੁਸ਼ਹਾਲੀ ਵਾਸਤੇ, ਇਹਨਾਂ ਦੇ ਆਪਣੇ ਹੱਕਾਂ ਦੀ ਰਖਵਾਲੀ ਵਾਸਤੇ ਇਹਨਾਂ ਦੀ ਪੜ੍ਹਾਈ ਜ਼ਰੂਰੀ ਹੈ, ਅਤੇ ਦੇਸ਼ ਵਿੱਚ ਚੰਗੀ ਸਰਕਾਰ ਚੁਣਨ ਵਾਸਤੇ ਵੀ ਇਹਨਾਂ ਦੀ ਪੜ੍ਹਾਈ ਜ਼ਰੂਰੀ ਹੈ। ਤਾਂ ਕਿ ਕਿਉਂਕਿ ਜਿਹੜੀ ਸਰਕਾਰ ਹੈ ਉਹਨੇ ਨੀਤੀਆਂ ਬਣਾਉਣੀਆਂ, ਉਸੇ ਕਾਨੂੰਨਾਂ ਦੇ ਦਾਇਰੇ 'ਚ ਤੁਸੀਂ ਵੀ ਆਉਣਾ, ਮੈਂ ਵੀ ਆਉਣਾ। ਅਤੇ ਜੇ ਕਾਨੂੰਨ ਚੰਗੇ ਨਹੀਂ ਬਣਨਗੇ ਅਤੇ ਫਿਰ ਲੋਕਾਂ ਨੂੰ ਨਿਆਂ ਨਹੀਂ ਮਿਲਣਾ। ਜਿਵੇਂ ਹੁਣ ਆਪਾਂ ਦੇਖਦੇ ਹਾਂ ਕੋਰਟਾਂ ਦੇ ਵਿੱਚ ਫਾਈਲਾਂ ਦੇ ਨਾਲ ਕੋਰਟਾਂ ਭਰੀਆਂ ਪਈਆਂ ਨੇ, ਦਿਨ ਪ੍ਰਤੀ ਦਿਨ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਲੋਕ ਬੜੇ ਦੁਖੀ ਨੇ, ਮੌਤ ਹੋ ਜਾਂਦੀ ਹੈ ਪਰ ਨਿਆਂ ਨਹੀਂ ਮਿਲਦਾ। ਇਹਨੂੰ ਆਪਾਂ ਕਿੱਦਾਂ ਠੀਕ ਕਾਨੂੰਨ ਬਣਾਵਾਂਗੇ ਕਿ ਲੋਕਾਂ ਨੂੰ ਨਿਆਂ ਫਾਸਟ ਮਿਲੇ, ਜਲਦੀ ਮਿਲੇ, ਤੁਰੰਤ ਮਿਲੇ। ਅਤੇ ਇਸ ਕਰਕੇ ਲੋਕਾਂ ਦੀ ਪੜ੍ਹਾਈ ਜਿਹੜੀ ਹੈ ਦੋਵੇਂ ਪੱਖ ਜ਼ਰੂਰੀ ਹੈ ਕਿ ਇੱਕ ਉਹ ਆਪਣੇ ਹੱਕਾਂ ਦੀ ਰਖਵਾਲੀ ਕਰ ਸਕਣ ਅਤੇ ਚੰਗੀ ਸਰਕਾਰ ਬਣਾਉਣ ਦੇ ਵਿੱਚ ਆਪਣਾ ਕਾਨੂੰਨਾਂ ਦੇ ਬਣਾਉਣ 'ਚ ਵੀ ਯੋਗਦਾਨ ਦੇ ਸਕਣ। ਵੀ ਜਿਹੜੇ ਕਾਨੂੰਨ ਉਹਨਾਂ ਨੂੰ ਲੱਗਦਾ ਵੀ ਇੱਦਾਂ ਦੇ ਹੋਣੇ ਚਾਹੀਦੇ ਆ, ਉਹਨਾਂ ਦੀ ਹਿੱਸੇਦਾਰੀ ਹੋਵੇ। ਇਹ ਨਹੀਂ ਕਿ ਐਮਐਲਏ ਚੁਣ ਰਿਹਾ, ਐਮਪੀ ਚੁਣ ਰਿਹਾ, ਮੁੜ ਕੇ ਸਾਡੇ ਨਾਲ ਕੋਈ ਗੱਲਬਾਤ ਹੀ ਨਾ ਹੋਵੇ। ਇਸ ਕਰਕੇ ਇਸ ਪੜ੍ਹਾਈ ਦੇ ਨਾਲ ਬੱਚਿਆਂ 'ਚ ਕੈਪੇਬਿਲਿਟੀ ਬਣੇਗੀ ਅਤੇ ਸਾਡੇ ਜਿਹੜੇ ਦੇਸ਼ ਦੀ ਵਿਵਸਥਾ ਜਿਹੜੀ ਹੈ ਉਹ ਭ੍ਰਿਸ਼ਟਾਚਾਰੀ ਵਿਵਸਥਾ ਬੰਦ ਹੋ ਕੇ ਇਮਾਨਦਾਰੀ ਦੀ ਵਿਵਸਥਾ ਬਹਾਲ ਹੋਏਗੀ। ਸਰ ਕਿੰਨੇ ਚੱਲਦੇ ਨੇ ਪ੍ਰੋਜੈਕਟ ਤੁਹਾਡੇ ਅਤੇ ਕਿੱਥੇ ਚੱਲਦੇ? ਮੈਂ ਜਦੋਂ ਸ਼ੁਰੂਆਤ ਕੀਤੀ ਸੀ 2013 ਤੋਂ, ਉਸ ਤੋਂ ਬਾਅਦ ਮੈਂ 1000 ਕੁ ਬੱਚੇ ਤਾਂ ਲੁਧਿਆਣੇ ਪੜ੍ਹਾ ਚੁੱਕਾ ਜੀ, ਜ਼ਿਆਦਾ ਹੀ ਪੜ੍ਹਾ ਚੁੱਕਾ। ਔਰ 5 ਪ੍ਰੋਜੈਕਟ ਮੇਰੇ ਲੁਧਿਆਣੇ 'ਚ ਚੱਲਦੇ ਪਏ ਨੇ ਐਟ ਪ੍ਰੈਜ਼ੈਂਟ, ਅਤੇ 300 ਪ੍ਰੋਜੈਕਟ ਮੇਰੇ ਇੰਡੀਆ 'ਚ ਅਲੱਗ-ਅਲੱਗ ਥਾਵਾਂ 'ਤੇ ਚੱਲਦੇ ਪਏ ਨੇ। ਇਸ ਪ੍ਰੋਜੈਕਟ ਨੂੰ ਚਲਾਉਣ ਵਾਸਤੇ ਮੈਨੂੰ ਬਹੁਤ ਅੱਛੀ ਟੀਮ, ਡੈਡੀਕੇਟਿਡ ਟੀਮ ਚਾਹੀਦੀ ਹੈ, ਕਿਉਂਕਿ ਇਸ ਪੜ੍ਹਾਈ ਕਿਸੇ ਕੋਲ ਹੈ ਨਹੀਂ, ਮੈਨੂੰ ਟ੍ਰੇਨ ਕਰਨਾ ਪੈਂਦਾ। ਟ੍ਰੇਨਿੰਗ ਮੈਂ ਉਹਨੂੰ ਦੇ ਸਕਦਾ ਜਿਹੜਾ ਟ੍ਰੇਨਿੰਗ ਡੈਡੀਕੇਟਿਡਲੀ, ਸਿੰਸੀਅਰਲੀ ਲੈਣਾ ਚਾਹਵੇ। ਅਤੇ ਜਿੱਥੇ ਮੈਨੂੰ ਮਿਲ ਜਾਂਦਾ ਉੱਥੇ ਮੈਂ ਟੀਚਰ ਨੂੰ ਟ੍ਰੇਨ ਕਰਕੇ ਇੱਕ ਪ੍ਰੋਜੈਕਟ ਨਵਾਂ ਲੋਕਾਂ ਦੇ ਨਾਲ ਮਿਲ ਕੇ ਸ਼ੁਰੂਆਤ ਕਰ ਦਿੰਦਾ, ਅਤੇ ਉਹ ਜਿਹੜਾ ਪ੍ਰੋਜੈਕਟ ਹੈ ਜਿੱਥੇ ਚੱਲੀ ਜਾਂਦਾ। ਸੋ ਬਹੁਤ ਵਧੀਆ ਉਪਰਾਲਾ ਜਿਹੜਾ ਹੈਗਾ ਹਰੀਓਮ ਜਿੰਦਲ ਸਾਹਿਬ ਨੇ ਕੀਤਾ ਹੈ। ਪਹਿਲਾਂ ਇਹ ਬਿਜ਼ਨਸਮੈਨ ਸੀਗੇ, ਬਿਜ਼ਨਸਮੈਨ ਤੋਂ ਬਾਅਦ ਇਹਨਾਂ ਨੇ ਜਿਹੜੀ ਸਟੱਡੀ ਕੀਤੀ ਹੈ, ਸਟੱਡੀ ਕਰਕੇ ਖੁਦ ਵਕੀਲ ਬਣੇ ਨੇ, ਔਰ ਪੰਜਾਬ ਐਂਡ ਹਰਿਆਣਾ ਕੋਰਟ ਦੇ ਜਿਹੜੇ ਇਹ ਵਕੀਲ ਬਣੇ ਗਏ ਨੇ, ਅਤੇ ਹੁਣ ਇਹ ਜੋਹਰੀ ਬਣ ਗਏ ਨੇ ਜਿਹੜੇ ਹੀਰਿਆਂ ਨੂੰ ਤਰਾਸ਼ਦੇ ਨੇ, ਔਰ ਬੱਚਿਆਂ ਦੀ ਜਿਹੜੀ ਹੈਗੇ ਭਵਿੱਖ ਨੂੰ ਸਵਾਰਨ ਦੇ ਵਿੱਚ ਬਹੁਤ ਜਾਣੀ ਕਿ ਵਧੀਆ ਉਪਰਾਲਾ ਇਹ ਕਰ ਰਹੇ ਨੇ। ਅਤੇ ਅਸੀਂ ਹੁਣ ਤੁਹਾਡੀ ਬੱਚਿਆਂ ਨਾਲ ਵੀ ਮੁਲਾਕਾਤ ਕਰਵਾਉਂਦੇ ਹਾਂ, ਕਿਉਂਕਿ ਜਿਹੜੇ ਹੀਰੇ ਤਰਾਸ਼ੇ ਗਏ ਨੇ ਅਤੇ ਆਪਾਂ ਉਹਨਾਂ ਦੇ ਮੂੰਹੋਂ ਵੀ ਆਪਾਂ ਸੁਣਿਆਂਗੇ ਵੀ ਸਿੱਖਿਆ ਅਸਲ ਦੇ ਵਿੱਚ ਕੀ ਹੁੰਦੀ ਹੈ। ਹਾਂਜੀ ਸਰ, ਨਾਸਤੇ ਪਹਿਲੇ ABC ਸੁਣਾਓ। A for admin, B for ballot work, C for constitution, E for election, F for freedom, G for government, H for happy, I for independent, J for judge, K for knowledge, L for law, M for money, N for notice, O for opinion, P for power, Q for question, R for rice, S for soul, T for tax, U for unique, V for born, W for work, X for x-ray, Y for use, Z for G. Very good. D for democracy कौन सुनाएगा? चलो सुनो। Democracy means there is E for election, in the election there is V for vote, whosoever casts the maximum vote gets E for elected, the one who gets elected makes the G for government, and gets T for tax money providing our R for rights. What are your rights? Right to life, right to food, right to shelter, right to education, right to equality, right to healthy and right to life with human dignity. Who has to give your rights? Government. If government does not give you right, what will you do? In the court. You will file a case in the Court. Okay. D for C for constitution. Constitution is a document which informs us about our rights and duties and how our country India is to be administered. Very good. What is the law?
Law is a set of rules which can be enforced by the government. Purpose of law. The purpose of law is to create a harmonious society where human beings can live in peace and happiness by observing their duties and respect the rights of others while enjoying their own rights. The violators of law are punished as per rules so that harmony and peace in the society is not disturbed. What are the examples of law? One must wear a helmet while driving a motorbike as per law. Demand for dowry in marriage is prohibited by law. No one can pollute water and air as per law. No one can destroy the public property as per law. Illegal digging of public road is a violation of law. Illegal blocking of public road is a violation of law. Playing loud music is a violation of law. Adulteration of food is a violation of law. Very good. Who will tell public property? Public property कौन बता रहा है? Public property is that property which is built by the government by using T for tax money. It belongs to all the citizens including me. T for tax कौन बताएगा? Tax is that money which is paid to the government by using public. Preamble. We the people of India having solemnly resolved to constitute India into a sovereign, socialist, secular, democratic republic and to secure to all its citizens justice, social, economic and political liberty of thought, expression, belief, faith and worship. Equality of status and of opportunity and to promote among them all fraternity, assuring the dignity of the individual and the unity and integrity of the nation. ਸੋ ਛੋਟੇ ਛੋਟੇ ਬੱਚੇ ਨੇ ਦੇਖੋ ਇਹ ਜਿਸ ਛੋਟੀ ਛੋਟੀ ਉਮਰ ਦੇ ਜਿਹੜੇ ਬੱਚੇ ਨੇ ਬਿਲਕੁਲ ਦੇਖ ਰਹੇ ਹੋ ਕੋਈ 5 ਸਾਲ ਦਾ ਕੋਈ 6 ਸਾਲ ਦਾ ਕੋਈ 8 ਸਾਲ ਦਾ 10 ਸਾਲ ਦਾ ਤੇ 3.5 ਸਾਲ ਦੀ ਜਿਹੜੀ ਬੱਚੀ ਹੈ ਇਹ ਦੇਖੋ ਸਿਸਟਮ ਦੀ ਨੌਲੇਜ ਕਿੰਨੀ ਹੈ ਇਹਨੂੰ ਲਾਅ ਦੀ ਨੌਲੇਜ ਕਿੰਨੀ ਹੈ ਕੋਈ ਇਹਦੇ ਨਾਲ ਜੇ ਆਪਾਂ ਦੇਖਿਆ ਜਾਵੇ ਤੇ ਵੱਡਾ ਬੰਦਾ ਕੋਈ ਪੜ੍ਹਿਆ ਲਿਖਿਆ ਬੰਦਾ ਵੀ ਗੱਲ ਨਹੀਂ ਕਰ ਸਕਦਾ ਬੱਚਿਆਂ ਨੂੰ ਜੋ ਵਕੀਲ ਸਾਹਿਬ ਨੇ ਇੰਨੀ ਸਟੱਡੀ ਦਿੱਤੀ ਹੈ ਬੱਚੇ ਨੂੰ ਇਹ ਖਜ਼ਾਨਾ ਆ ਇਹ ਆਪਣੇ ਦੇਸ਼ ਦਾ ਭਵਿੱਖ ਹੈ ਜੇ ਆਪਾਂ ਗੱਲ ਕਰੀਏ ਤੇ ਆਉਣ ਵਾਲੇ ਸਮੇਂ ਤੇ ਜਦੋਂ ਇਹ ਵੱਡੇ ਹੋਣਗੇ ਤੇ ਕੋਈ ਕਾਰਨ ਨਹੀਂ ਵੀ ਇਹਨਾਂ ਨੂੰ ਅੱਗੇ ਵਧਣ ਤੋਂ ਕੋਈ ਰੋਕ ਸਕਦਾ ਹੈ ਕਿਉਂਕਿ ਨਾ ਹੀ ਇਹਨਾਂ ਨੂੰ ਕੋਈ ਠੱਗ ਸਕਦਾ ਹੈ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਸਿਸਟਮ ਹੋ ਸਕਦਾ ਆਪਣੇ ਦਿਮਾਗ ਦੇ ਨਾਲ ਇਹ ਚੁਣ ਕੇ ਨਵੀਂ ਸਰਕਾਰ ਬਣਾ ਸਕਦੇ ਨੇ ਸਾਰਾ ਕੁਝ ਕਰ ਸਕਦੇ ਨੇ ਇਹੋ ਜਿਹੇ ਭਵਿੱਖ ਨੂੰ ਸੰਭਾਲਣ ਦੀ ਜ਼ਰੂਰਤ ਹੈ ਜੋ ਸਰਕਾਰਾਂ ਦੇ ਕੰਮ ਸੀਗੇ ਉਹ ਵਕੀਲ ਜਿਹੜੇ ਹੈਗੇ ਨੇ ਹਾਈ ਕੋਰਟ ਦੇ ਵਕੀਲ ਨੇ ਹਰੀਓਮ ਜਿੰਦਲ ਜੀ ਇਹ ਕਰ ਰਹੇ ਨੇ ਬਹੁਤ ਵਧੀਆ ਉਪਰਾਲਾ ਹੈ ਇਹਨਾਂ ਦਾ ਤੇ ਜੇ ਆਪਾਂ ਗੱਲ ਕਰੀਏ ਤੇ ਅਸੀਂ ਹੋਰ ਵੀ ਲੋਕਾਂ ਨੂੰ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿਉਂਕਿ ਇਹਨਾਂ ਦੇ ਪੂਰੇ ਇੰਡੀਆ ਦੇ ਵਿੱਚ ਪ੍ਰੋਜੈਕਟ ਚੱਲਦੇ ਨੇ ਬੱਚਿਆਂ ਨੂੰ ਇਹ ਹੋਣਹਾਰ ਬਣਾਉਂਦੇ ਨੇ ਹੋਣਹਾਰ ਬੱਚਿਆਂ ਨੂੰ ਇਹ ਵਧੀਆ ਸਿੱਖਿਆ ਦਿੰਦੇ ਨੇ ਔਰ ਬਿਲਕੁਲ ਫ੍ਰੀ ਦਿੰਦੇ ਨੇ ਜਿਹੜੇ ਬੱਚੇ ਸਕੂਲੇ ਨਹੀਂ ਜਾ ਸਕਦੇ ਜਾਂ ਜਿਨ੍ਹਾਂ ਦੇ ਮਾਪੇ ਇਸ ਕਾਬਿਲ ਨਹੀਂ ਹੈਗੇ ਵੀ ਬੱਚਿਆਂ ਨੂੰ ਪੜ੍ਹਾ ਸਕਣ ਉਹਨਾਂ ਵਾਸਤੇ ਇਹ ਦੇਖਿਆ ਜਾਵੇ ਤਾਂ ਵਕੀਲ ਸਾਹਿਬ ਰੱਬ ਦਾ ਰੂਪ ਬਣ ਕੇ ਆਏ ਨੇ ਕਿਉਂਕਿ ਇਹ ਬੱਚਿਆਂ ਨੂੰ ਕਾਬਿਲ ਬਣਾ ਕੇ ਤੇ ਆਪਣੇ ਪੈਰਾਂ ਉੱਤੇ ਖੜਾ ਕਰਨ ਦੀ ਜਿਹੜੀ ਹਿੰਮਤ ਤੇ ਇਹਨਾਂ ਨੂੰ ਨੌਲੇਜ ਦੇ ਰਹੇ ਨੇ ਲੁਧਿਆਣਾ ਤੋਂ ਕੈਮਰਾਮੈਨ ਵਿਪਨ ਮਹਿਰਾ ਦੇ ਨਾਲ ਪ੍ਰਦੀਪ ਭੰਡਾਰੀ ਨਿਊਜ਼ 18 ਪੰਜਾਬ।